ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਤੁਸੀਂ ਫੇਸਬੁੱਕ ਤੇ YouTube ਪੇਜ ਤੇ ਪੰਜਾਬ ਟੁਡੇ ਤੇ ਲਾਈਵ ਦੇਖ ਰਹੇ ਹੋ ਤੇ ਨਾਲ ਦੇ ਨਾਲ ਤੁਸੀਂ ਲਾਈਕ ਤੇ ਕਮੈਂਟ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਕੋਈ ਸੁਝਾਅ ਹੈ ਉਹ ਇੱਕ ਨੰਬਰ ਫਲੈਸ਼ ਹੋ ਰਿਹਾ 0172410257 ਇਸ ਨੰਬਰ ਤੇ ਕਾਲ ਕਰਕੇ ਲਾਈਵ ਸ਼ੋਅ ਦੇ ਵਿੱਚ ਤੁਸੀਂ ਆਪਣੀ ਸੁਝਾਅ ਤੇ ਰਾਏ ਦੇ ਸਕਦੇ ਹੋ। ਤੁਹਾਡੇ ਜਿਹੜੇ ਰਾਏ ਨੇ ਤੁਹਾਡੇ ਸੁਝਾਅ ਹੈ ਬੇहद ਜ਼ਿਆਦਾ ਇੰਪੋਰਟੈਂਟ ਨੇ। ਹਰ ਰੋਜ਼ ਅਸੀਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਅੱਜ ਦੀ ਜੇਕਰ ਗੱਲ ਕਰੀਏ ਤੇ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਲਗਾਤਾਰ ਪੰਜਾਬ ਵਿਜੀਲੈਂਸ ਦੀ ਜਿਹੜੀ ਰਡਾਰ ਹੈ ਉਸ ਦੇ ਵਿੱਚ ਕਈ ਸਾਬਕਾ ਮੰਤਰੀ ਤੇ ਵਿਧਾਇਕ ਸ਼ਾਮਿਲ ਨੇ ਤੇ ਹੁਣ ਵਿਜੀਲੈਂਸ ਨੇ ਜਿਹੜਾ ਹੈ ਸਾਬਕਾ ਕੈਬਨਿਟ ਮੰਤਰੀ ਫੂਡ ਐਂਡ ਸਪਲਾਈ ਮਿਨਿਸਟਰ ਰਹੇ ਕਾਂਗਰਸ ਸਰਕਾਰ ਵੇਲੇ ਭਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਗ੍ਰਿਫਤਾਰ ਕੀਤਾ ਲੁਧਿਆਣਾ ਦੇ ਵਿੱਚ ਜਦੋਂ ਸੈਲੂਨ ਦੇ ਵਿੱਚ ਬੈਠੇ ਸੀ ਆਪਣੀ ਜਿਹੜੀ ਹੈ ਬਾਲ ਕਟਵਾਉਣ ਗਏ ਸੀ ਉਸ ਵੇਲੇ ਵਿਜੀਲੈਂਸ ਨੇ ਉਹਨੂੰ ਗ੍ਰਿਫਤਾਰ ਕੀਤਾ। ਲੇਕਿਨ ਇਸ ਤੋਂ ਪਹਿਲਾਂ ਇਹ ਵੀ ਦੱਸ ਦਿੰਦੇ ਹੈ ਕਿ ਦੁਪਹਿਰੇ ਭਰਤ ਭੂਸ਼ਣ ਆਸ਼ੂ ਜਿਹੜਾ ਚੰਡੀਗੜ੍ਹ ਸੀਗੇ ਤੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ। ਵਿਜੀਲੈਂਸ ਦਾ ਜਿਹੜਾ ਹੈੱਡ ਆਫਿਸ ਹੈ ਮੋਹਾਲੀ ਦੇ ਵਿੱਚ ਉੱਥੇ ਪ੍ਰਦਰਸ਼ਨ ਕੀਤਾ ਗਿਆ ਤੇ तमाम ਕਾਂਗਰਸੀ ਆਗੂ ਉੱਥੇ ਮੌਜੂਦ ਸੀਗਾ, ਚਾਹੇ ਉਹ ਅਮਰਿੰਦਰ ਰਾਜਾ ਵੜਿੰਗ ਹੋਣ ਚਾਹੇ ਉਹ ਹੋਰ ਲੀਡਰਸ ਹੋਣ, ਸਾਰੇ ਉੱਥੇ ਸੀਗੇ ਤੇ ਕਹਿ ਰਹੇ ਸੀ ਕਿ ਜੇਕਰ ਗ੍ਰਿਫਤਾਰ ਕਰਨਾ ਹੈ ਤੇ ਸਾਰਿਆਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਸੀਂ ਸਾਰੇ ਜਿਹੜੇ ਹੈ ਬਾਰੀ ਤੁਸੀਂ ਹਰ ਇੱਕ ਕਪਲਿਆਂ ਦੇ ਵਿੱਚ ਸਾਬਕਾ ਮੰਤਰੀਆਂ ਦਾ ਨਾਂ ਲੈ ਰਹੇ ਹੋ ਤੇ 21 ਵਾਰੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਓ ਤੇ ਸ਼ਾਮ ਨੂੰ ਵਿਜੀਲੈਂਸ ਦੀ ਕਾਰਵਾਈ ਹੋ ਜਾਂਦੀ ਹੈ। ਤੇ ਇੱਕ ਵੱਡੀ ਖਬਰ ਜਿਹੜੀ ਹੈ ਸ਼ਾਮ ਵੇਲੇ ਸਾਹਮਣੇ ਆਉਂਦੀ ਹੈ ਤੇ ਜਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਵੇਲੇ ਜਿਹੜੇ ਉੱਥੇ ਮੌਜੂਦ ਰਹਿੰਦੇ ਰਵਨੀਤ ਬਿੱਟੂ, ਸਾਂਸਦ ਰਵਨੀਤ ਬਿੱਟੂ ਭਰਤ ਭੂਸ਼ਣ ਆਸ਼ੂ ਦੇ ਨਾਲ ਜਿਹੜੇ ਉੱਥੇ ਸ਼ਾਮਿਲ ਰਹਿੰਦੇ ਤੇ ਹਰ ਇੱਕ ਅਪਡੇਟ ਜਿਹੜੀ ਉਹਨਾਂ ਵੱਲੋਂ ਫੇਸਬੁੱਕ ਪੇਜ ਦੇ ਰਾਹੀਂ ਦਿੱਤੀ ਜਾਂਦੀ ਹੈ। ਆਪਣੇ ਫੇਸਬੁੱਕ ਤੋਂ ਲਾਈਵ ਹੁੰਦੇ ਵਿਜੀਲੈਂਸ ਦਫ਼ਤਰ ਦੇ ਬਾਹਰ ਲੁਧਿਆਣਾ ਦੇ ਵਿੱਚ ਵਿਖੇ ਦਿਖਾਉਂਦੇ ਹੈ ਕਿ ਧੱਕੇਸ਼ਾਹੀ ਕੀਤੀ ਗਈ ਹੈ। ਅਸੀਂ ਤਾਂ ਆਪ ਜਿਹੜਾ ਹੈ ਹਰ ਇੱਕ ਤਰੀਕੇ ਦੀ ਪੁੱਛਗਿੱਛ ਦੇ ਵਿੱਚ ਅਸੀਂ ਆਪ ਤੁਹਾਡੇ ਕੋਲ ਆਏ ਸੀ, ਤੁਸੀਂ ਜਿਹੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਾਡੇ ਖਿਲਾਫ ਇਹ ਜਿਹੜੀ ਹੈ ਬਦਲਾਖੋਰੀ ਦੀ ਰਾਜਨੀਤੀ ਤਹਿਤ ਕਾਰਵਾਈ ਕੀਤੀ ਗਈ ਤੇ ਰਾਤ ਭਰ ਕਾਫੀ ਹੰਗਾਮਾ ਉੱਥੇ ਦੇਖਣ ਨੂੰ ਮਿਲਿਆ। ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸ ਦੇ ਜਿਹੜੇ ਵਰਕਰਸ ਹੈ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਜਿਨ੍ਹਾਂ ਨੇ ਉੱਥੇ ਪਹੁੰਚ ਕੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਸਮਝਾਇਆ ਤੇ ਧਰਨਾ ਖਤਮ ਕੀਤਾ ਤੇ ਅੱਜ ਨਵੀਂ ਰਣਨੀਤੀ ਦੀ ਗੱਲ ਕੀਤੀ ਕਿ ਨਵੀਂ ਰਣਨੀਤੀ ਤੈਅ ਕੀਤੀ ਜਾਏਗੀ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੈ। ਲੇਕਿਨ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਜਿਹੜੇ ਮੰਤਰੀ ਹੈ ਜਿਨ੍ਹਾਂ ਦੇ ਖਿਲਾਫ ਕਰਪਸ਼ਨ ਦੇ ਚਾਰजेस ਲੱਗੇ ਨੇ ਉਹਨਾਂ ਦੇ ਸਿਰ ਉੱਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਲਟਕ ਰਹੀ ਹੈ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਰੁਕ ਕਰ ਦਿੱਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ, ਚਾਹੇ ਉਹ ਸੰਗਤ ਸਿੰਘ ਗਿਲਜ਼ੀਆਂ ਦੀ ਗੱਲ ਹੋਵੇ ਜਾਂ ਫਿਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਗੱਲ ਹੋਗੀ। ਹੁਣ ਹਾਲ ਫਿਲਹਾਲ ਦੇ ਵਿੱਚ ਕੈਬਨਿਟ ਮਿਨਿਸਟਰ ਕੁਲਦੀਪ ਧਾਲੀਵਾਲ ਨੇ ਕਿਹਾ ਕਿ 150 ਕਰੋੜ ਰੁਪਏ ਦਾ ਜਿਹੜਾ ਮਸ਼ੀਨਰੀ ਘੁਟਾਲਾ ਹੈ ਉਸ ਵਿੱਚ ਵੀ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਤਾਂ ਉਹਨਾਂ ਨੇ ਨਹੀਂ ਕਿਹਾ, ਲੇਕਿਨ ਉਹਨਾਂ ਨੇ ਕਿਹਾ ਕਿ ਮਹਿਕਮਾ ਉਹਨਾਂ ਦੇ ਕੋਲ ਸੀਗਾ ਤੇ ਇੱਕ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਹੈ। ਬੀਤੀ ਰਾਤ ਕੀ ਕੁਝ ਹੋਇਆ ਇਸ ਰਿਪੋਰਟ ਦੇ ਰਾਹੀਂ ਤੁਹਾਨੂੰ ਦਿਖਾਉਂਦੇ हैं ਕਿ ਆਖਿਰ ਕੀ ਕੁਝ ਹੋਇਆ ਤੇ ਕੀ ਕੁਝ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਤੇ ਕੀ ਕੁਝ ਜਿਹੜਾ ਹੈ ਉਹ ਰਵਨੀਤ ਬਿੱਟੂ ਨੇ ਕਿਹਾ। ਤੁਸੀਂ ਦੇਖੋ ਇਹ ਰਿਪੋर्ट। क्योंकि हिमाचल इलेक्शन में जो सीबीआई कितने में पढ़ूंगा मैं जो स्कैंडल बड़े से बड़े लिकर स्कैंडल यहाँ आ रहे हैं तो वही हमने भी शिकायत की थी। हमारी प्रेस कॉन्फ्रेंस हुई थी और गवर्नर साहब से टाइम मांगा था। भी यहाँ भी वही सेम ठेकेदार जो भगवंत मान जी के साथ मिलके जो वहाँ केजरीवाल साहब के साथ मिलके जिन्होंने हजारों करोड़ का गबन किया, वो भी जो कोविड था वही ठेकेदार यहाँ शराब के ठेके उनको दिए गए हैं। उसके बारे में जब मुद्दा उठाया था तो उसका कहीं ना कहीं बदला लेने के लिए, बदला इन द सेंस क्योंकि बीजेपी को तो हाथ लगा नहीं सकते। बीजेपी तो भाई ये जब ईडी और सीबीआई आती है तो ये डर लगता है। तो यहाँ कांग्रेस पे विजिलेंस यूज की है भी हिमाचल में हम अपनी छवि अच्छी कर सकें, क्योंकि संगरूर इलेक्शन के होने के बाद खास तौर पे मजीठिया जी जो सबसे बड़े ड्रग ट्रेल में थे वो छूट गए इनसे, उसको जेल में नहीं रख सके, कोर्ट में ये कोई बात प्रूव नहीं कर सके। और इंडस्ट्री से आते हैं भगवंत मान और उस इंडस्ट्री का सबसे बड़ा हीरा जो है सिद्धू मूसेवाला वो गोलियों से भून दिया गया। तो इसलिए बड़े बैक फुट थे यहाँ पे बीजेपी आम आदमी सरकार थी। तो वो कहीं ना कहीं कोशिश है। हम तो खुद अपने सारी लीडरशिप, हमें पता था भी ये मुकदमा 18 तारीख को दर्ज हो चुका है और ये पर क्या चाह रहे थे भी आशु जी को कहीं अकेले पकड़ के उनको बाद में इंटेरोगेशन करके जो आदतें रही हैं भाई कुछ भी उनको मनवाएंगे। लेकिन हमारा इसमें ये था भी हम उनको पेश करेंगे। आप बताइए, आज भी हम चंडीगढ़ से मैं और आशु जी इकट्ठे आए हैं और सारी 20 गाड़ियाँ 30 गाड़ियाँ और लुधियाना से थी। तो जब हमने उनको घर उतारा है और मैं अपने घर आ गया हूँ, उसी बीच में
2-3-4 मिनट में ये उनको उठाने आ गए। तो मौके पे मैं वहां पे पहुंच गया। हमें ये नहीं समझ आ रही थी, क्योंकि ना तो कोई वर्दी में था, ना कोई मेरी बहस वहां पे हो रही है। भाई आप आई कार्ड तो दिखा दो, अगर आप पुलिस वाले हो तो हम आपके साथ चलेंगे, इनको लेके जाएंगे। आप बता तो दो आपके पास कोई सम्मन है, चलो वो भी नहीं है, पुलिस उठा सकती है, पर पुलिस कोई आई कार्ड तो दिखा दो किसी का, क्योंकि आप कोई वर्दी में नहीं हो, आप कोई पुलिस वाले लग नहीं रहे हो, आप कौन हो? तो इसलिए यहाँ गुंडा राज हुआ है। इस तरीके से किसी एक्स मिनिस्टर को और किसी को भी उठा लिया जाएगा, तो कोई बताएगा भी नहीं कौन उठा के यहाँ उठाने लेके आ रहा है। गाड़ियाँ थी, वो अपनी कोई पता नहीं और लेके आए थे, तो खुद वर्दी में नहीं थे, किसी के पास कोई आई कार्ड दिखाने के लिए नहीं था, कोई कागज नहीं था। तो फिर वो फोन कर रहे थे पीछे से भी वहां से फाइल हम भूल आए, फाइल लेके आओ। हमने कहा भी जरूरत नहीं फाइल की, चलना है तो मैं लेके चलता हूँ। काम तो यार पिछले लगा है हमारा आगे जाने जान दो ਇਹਨਾਂ ਦਾ ਉੱਪਰ ਕੁਆਰੀ ਨਹੀਂ ਕਰਨ ਦਿੱਤੀ ਜਾ ਰਹੀ। ਸਾਡਾ ਬੰਦਾ ਫੜ ਲਿਆ ਬੱਬਰ ਸ਼ੇਰ ਹੈ, ਦੁੱਖ ਵਾਲਾ ਮੋਬਾਈਲ ਚੋਰੀ ਆ ਕੇ ਭੱਜਣਾ ਉਹਨਾਂ ਦਾ, ਤਾਂ ਫਿਰ ਉਹ ਆਉਂਦਾ ਹੀ ਨਹੀਂ ਸੀ। ਭਾਰਤ ਭੂਸ਼ਣ ਆਸ਼ੂ ਜਿੰਦਾਬਾਦ। ਐਂਟੀਸਪੇਟਰੀ ਲਾਉਣ ਦਾ ਸਾਡਾ ਹੱਕ ਹੈ, ਭਾਰਤ ਦੇ ਸੰਵਿਧਾਨ 'ਚ ਹੈ ਕਿ ਤੁਸੀਂ ਆਪਣੀ ਐਂਟੀਸਪੇਟਰੀ ਬੇਲ ਲਾ ਸਕਦੇ ਹੋ ਬਿਨਾਂ ਫੜੇ। ਉਹਨੇ ਕਿਹਾ ਮਾਂ ਦੇ ਪੁੱਤ ਨੇ, ਅੰਕਲ ਜੀ ਮਾੜਾ ਦੇਖਿਓ, ਉਹਨੇ ਮਾਂ ਦੇ ਪੁੱਤ ਨੇ ਉਸ ਸ਼ੇਰ ਨੇ ਕਿਹਾ ਕਿ ਕਹਿੰਦਾ ਮੈਂ ਐਂਟੀਸਪੇਟਰੀ ਨਹੀਂ ਲਾਉਣੀ, ਮਾੜਾ ਬਹੁਤ ਥੱਲੇ ਕਰ ਲਿਆ ਯਾਰ ਭਰਾ। ਦੇਖੋ ਹਰੇਕ ਬੰਦੇ ਦਾ ਹੱਕ ਹੈ ਕਿ ਨਹੀਂ ਐਂਟੀਸਪੇਟਰੀ ਲਾਉਣਾ। ਉਹ ਪੇਸ਼ ਹੋਇਆ, ਇਹ ਪੇਸ਼ ਹੋਇਆ, ਫੜਿਆ ਨਾ ਜਾਓ, ਵੀ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਉਹ ਹੁੰਦੀ ਹੈ ਜਿਹੜਾ ਭੱਜਿਆ ਹੋਵੇ, ਭਗੌੜਾ ਹੋਵੇ। ਮਾਂ ਪਰੇ ਕਰੇ ਇਹ ਤਾਂ ਉੱਥੇ ਜਾ ਕੇ ਦਫ਼ਤਰ ਤੋਂ ਇੱਥੇ ਗ੍ਰਿਫਤਾਰ ਕਿਵੇਂ ਹੋਇਆ? ਫੜ ਲਿਆ ਅਸੀਂ ਤਾਂ ਆਪ ਆਏ, ਤੁਸੀਂ ਸਾਨੂੰ ਸੁਬਾਹ ਸੱਦ ਲੈਂਦੇ, ਅਸੀਂ ਰਾਤ ਨੂੰ ਆ ਜਾਂਦੇ ਦਫ਼ਤਰ ਵਿੱਚ। ਜਿਹੜੇ ਬਿੱਟੂ ਜੀ ਦੇ ਨਾਲ ਆਏ, ਦੇਖਿਆ ਹੁਣ ਬਿੱਟੂ ਜੀ ਪਾਸੇ ਹੋ ਗਏ। ਲੈ ਚੋਰੀ ਚੋਰੀ, ਜੇ ਤੁਹਾਨੂੰ ਪਤਾ ਵੀ ਸੱਚੇ ਹੈ, ਤੁਸੀਂ ਬਿੱਟੂ ਜੀ ਦਾ ਕਿਉਂ ਇੰਤਜ਼ਾਰ ਕਰ ਰਹੇ ਹੋ ਵੀ ਪਾਸੇ ਹੋ ਗਏ ਆ ਜਾਂ ਫਲਾਣੇ ਦਾ, ਵੀ ਇਹਦੇ ਨਾਲ ਕੋਈ ਆਇਆ ਜਿਹੜਾ ਤੁਹਾਨੂੰ ਲੱਗਦਾ ਵੀ ਇਹਨੇ ਕੁਛ ਕੀਤਾ, ਉਹਨੂੰ ਫੜ ਲਓ। ਸੋ ਤੁਹਾਡਾ ਲੀਡਰ ਸ਼ੇਰ ਹੈ ਬਈ, ਉਹਨੇ ਇੱਕ ਮਿਸਾਲ ਪੈਦਾ ਕੀਤੀ ਹੈ। ਭਾਰਤ ਭੂਸ਼ਣ ਆਸ਼ੂ ਜਿੰਦਾਬਾਦ। ਭਾਰਤ ਭੂਸ਼ਣ ਆਸ਼ੂ ਜਿੰਦਾਬਾਦ। ਉਹਨੇ ਮਿਸਾਲ ਪੈਦਾ ਕੀਤੀ ਔਰ ਤਮਾਮ ਪੰਜਾਬ ਦੇ ਲੀਡਰਸ਼ਿਪ ਨੂੰ ਇਹ ਦੱਸਿਆ ਹੈ, ਕਦੇ ਲੀਡਰ ਵੀ ਭੱਜੇ, ਲੀਡਰ ਜਿਹੜੇ ਆ ਤੁਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੋਂ ਲੈ ਕੇ ਭਗਤ ਸਿੰਘ ਤੋਂ ਲੈ ਕੇ ਕਿੱਥੇ ਭੱਜਿਆ ਭਗਤ ਸਿੰਘ? ਆਸ਼ੂ ਤੇਰੀ ਸੋਚ ਤੇ ਫੇਰਾ ਦਿਆਂਗੇ ਠੋਕ ਕੇ। ਬਿਲਕੁਲ ਤੇ ਤੁਸੀਂ ਦੇਖੀ ਇਹ ਤਸਵੀਰਾਂ ਜਿਹੜੀ ਹੈ ਰਾਤ ਦੀ ਹੈ, ਜਦ ਉੱਥੇ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਵਰਕਰਸ ਵੱਲੋਂ ਤੇ ਅਮਰਿੰਦਰ ਰਾਜਾ ਵੜਿੰਗ ਤੇ ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਕਿਹਾ ਕਿ ਸਾਜ਼ਿਸ਼ ਦੇ ਤਹਿਤ ਇਹ ਪੂਰੀ ਪਲੈਨਿੰਗ ਦੇ ਤਹਿਤ ਸਾਰਾ ਕੁਝ ਕੀਤਾ ਗਿਆ। ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੱਲ ਹੀ ਜਿਹੜਾ ਇੱਕ ਪਟੀਸ਼ਨ ਵਾਪਸ ਜਿਹੜੀ ਭਰਤ ਭੂਸ਼ਣ ਆਸ਼ੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਕਰਨ ਤੋਂ 7 ਦਿਨ ਪਹਿਲਾਂ ਉਹਨਾਂ ਨੂੰ ਜਿਹੜਾ ਹੈ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ। ਇਸ ਪਟੀਸ਼ਨ ਨੂੰ ਕੱਲ ਹੀ ਭਰਤ ਭੂਸ਼ਣ ਆਸ਼ੂ ਜਿਹੜਾ ਵਾਪਸ ਲੈਂਦੇ ਨੇ, ਉਸ ਤੋਂ ਇਲਾਵਾ ਫਿਰ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ। ਹੁਣ ਇਸ ਪੂਰੇ ਮਸਲੇ ਨੂੰ ਲੈ ਕੇ ਸਿਆਸਤ ਇੱਕ ਪਾਸੇ ਜਿਹੜੀ ਕਾਫੀ ਜ਼ਿਆਦਾ ਪੱਕੀ ਹੋਈ ਹੈ, ਕਿਉਂਕਿ ਇਸ ਚੀਜ਼ ਨੂੰ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਦੇਖਿਆ ਜਾ ਰਿਹਾ। ਇਸ ਤੋਂ ਪਹਿਲਾਂ ਵੀ ਜਦ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਦ ਵੀ ਜਿਹੜਾ ਹੈ ਪੂਰੀ ਕਾਂਗਰਸ ਭਗਵੰਤ ਮਾਨ ਦੇ ਘਰ ਗਈ ਸੀ, ਤਦ ਸੀਐਮ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਕਾਫੀ ਉਸ ਵੇਲੇ ਵੀ ਸਿਆਸੀ ਮਾਹੌਲ ਜਿਹੜਾ ਪੱਕਿਦਾ ਹੋਇਆ ਨਜ਼ਰ ਆਇਆ ਸੀ। ਲੇਕਿਨ ਹੁਣ ਭਰਤ ਭੂਸ਼ਣ ਆਸ਼ੂ ਤੇ ਜਿਹੜੇ ਐਲੀਗੇਸ਼ਨਸ ਲੱਗੇ ਨੇ, ਜਿਹੜੇ ਆਰੋਪ ਲੱਗੇ ਨੇ, ਉਹ ਦੋਸ਼ ਨੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲਾ, ਯਾਨੀ ਕਿ ਅਨਾਜ ਮੰਡੀਆਂ ਦੇ ਵਿੱਚ ਜਿਹੜੀ ਲੋਡਿੰਗ ਅਨਲੋਡਿੰਗ ਦੇ ਲਈ ਟਰੱਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਦ ਉਹਨਾਂ ਦੇ ਨੰਬਰ ਚੈੱਕ ਕੀਤੇ ਗਏ ਤੇ ਉਹ ਨੰਬਰ ਜਿਹੜੇ ਆ 2 ਵੀਲਰ ਗੱਡੀਆਂ ਦੇ ਸਾਹਮਣੇ ਆਏ। ਇਹ ਕਾਫੀ ਵੱਡਾ ਘਪਲਾ ਦੱਸਿਆ ਗਿਆ। ਹਾਲਾਂਕਿ ਜਿਹੜਾ ਅਮਾਊਂਟ ਦੱਸਿਆ ਜਾ ਰਿਹਾ ਉਹ ਹੈਰਾਨੀਜਨਕ ਇਹ ਆંકੜਾ ਹੈ। 2000 ਕਰੋੜ ਦਾ ਘਪਲਾ ਦੱਸਿਆ ਜਾ ਰਿਹਾ ਹੈ। ਵੱਡਾ ਇੱਕ ਘਪਲਾ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਅਜਿਹਾ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਨਾਂ ਦੇ ਮੰਤਰੀ ਵੱਲੋਂ ਕਿਹਾ ਗਿਆ ਸੀ। ਫਿਲਹਾਲ ਇਸ ਮਾਮਲੇ ਦੇ ਵਿੱਚ ਤੇਲੂ ਰਾਮ ਦੀ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੋਈ ਸੀ। ਤੇਲੂ ਰਾਮ ਜਿਹੜੇ ਠੇਕੇਦਾਰ ਸੀਗੇ ਇਸ ਪੂਰੇ ਟੈਂਡਰ ਘੁਟਾਲੇ ਦੇ ਵਿੱਚ, ਉਹਨੇ ਸਾਰੇ ਜਿਹੜੀ ਹੈ ਪੁੱਛਗਿੱਛ ਦੇ ਵਿੱਚ ਵਿਜੀਲੈਂਸ ਨੇ ਜਦ ਉਹਨਾਂ ਨੂੰ ਪੁੱਛਿਆ ਤੇ ਤੇਲੂ ਰਾਮ ਨੇ ਜਿਹੜੇ ਅੱਗੇ ਗੱਲਾਂ ਦੱਸੀਆਂ ਉਸ ਦੇ ਬਿਨਾਂ ਤੇ ਹੀ ਪਹਿਲੇ ਠੇਕੇਦਾਰ ਅਰੈਸਟ ਹੋਏ। ਉਸ ਤੋਂ ਬਾਅਦ ਜਿਹੜੇ
ਪੀਏ ਹੈ ਭਰਤ ਭੂਸ਼ਣ ਆਸ਼ੂ ਦੇ, ਉਹਨਾਂ ਉੱਤੇ ਗੱਲ ਗਈ ਮੀਨੂ ਮਲਹੋਤਰਾ। ਫਿਰ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਭਰਤ ਭੂਸ਼ਣ ਆਸ਼ੂ ਨੂੰ ਵੀ ਇਨ ਸਾਰੀ ਚੀਜ਼ਾਂ ਬਾਰੇ ਪਤਾ ਸੀਗਾ। ਹੁਣ ਇਸ ਕਬਲੇ ਦੇ ਵਿੱਚ ਇਨਵੋਲਵਮੈਂਟ ਹੈ ਜਾਂ ਨਹੀਂ ਇਹ ਤਾਂ ਕੋਰਟ ਨੇ ਡਿਸਾਈਡ ਕਰਨਾ ਹੈ, ਲੇਕਿਨ ਉਸ ਤੋਂ ਪਹਿਲਾਂ ਵਿਜੀਲੈਂਸ ਨੇ ਆਪਣੇ ਵੱਲੋਂ ਕਾਰਵਾਈ ਕਰ ਦਿੱਤੀ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਉਸ ਉੱਤੇ ਜਿਹੜੇ ਕਾਂਗਰਸ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਹੁਣ ਇਸ ਪੂਰੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸਾਡੇ ਡਿਪਟੀ ਐਡੀਟਰ ਨੇ ਅਮਨਦੀਪ ਸਿੰਘ। ਅਮਨਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਪੂਰਾ ਮਸਲਾ ਹੈ, ਵਿਜੀਲੈਂਸ ਨੇ ਕੋਈ ਪਹਿਲਾ ਕਾਂਗਰਸੀ ਆਗੂ ਗ੍ਰਿਫਤਾਰ ਨਹੀਂ ਕੀਤਾ ਜਦ ਤੋਂ ਨਵੀਂ ਪਾਰਟੀ ਬਣੀ ਹੈ। ਇਸ ਤੋਂ ਪਹਿਲਾਂ ਵੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੋਰਾਂ ਉੱਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਭਰਤ ਭੂਸ਼ਣ ਆਸ਼ੂ ਦੁਪਹਿਰ ਨੂੰ ਪ੍ਰਦਰਸ਼ਨ ਕਰਦੇ ਹੈ, ਸ਼ਾਮ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ, ਇੱਕ ਪੂਰਾ ਡਰਾਮੈਟਿਕ ਸੀਨ ਨਜ਼ਰ ਆਉਂਦਾ ਹੈ। ਕਿਸ ਤਰ੍ਹਾਂ ਦੇਖते ਹੋ ਸਾਰੀ ਚੀਜ਼ਾਂ ਨੂੰ? बिल्कुल पूजा जी, जिवें तुसीं पहलां दस ही चुके हो कि भरत भूषण आशू ने पहलां ये कहा सी कि उन्हां नूं गिरफ्तारी तो पहलां नोटिस भेजिया जावे, जिथे भी जिहड़ी भी जांच करनी है उस जांच दे विच शामिल होणगे। ते ਇਹ ਗੱਲ ਉਹਨਾਂ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਹੀ। ਉਹਨਾਂ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਭੱਜਿਆ ਨਹੀਂ ਜਾ ਰਿਹਾ, ਅਸੀਂ ਇੱਥੋਂ ਭੱਜ ਨਹੀਂ ਰਹੇ ਹਾਂ, ਇਹ ਪੋਲੀਟੀਕਲ ਵੈਂਡੇਟਾ ਹੈ, ਇਹ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਸਾਨੂੰ ਫਸਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਕਰਨ ਦੀ ਲੋੜ ਉਹਨਾਂ ਨੂੰ ਹੁੰਦੀ ਹੈ ਜਿਹੜੇ ਭੱਜ ਰਹੇ ਹੁੰਦੇ ਆ। ਤੇ ਇਸ ਤੋਂ ਪਹਿਲਾਂ ਵੀ ਜਿਹੜੇ ਲੀਡਰ ਫੜੇ ਗਏ ਆ, ਸਾਧੂ ਸਿੰਘ ਧਰਮਸੋਤ ਗ੍ਰਿਫਤਾਰ ਨੇ, ਹਜੇ ਵੀ ਜੇਲ੍ਹ ਦੇ ਵਿੱਚ ਨੇ। ਸੰਗਤ ਸਿੰਘ ਦੀਆਂ ਜ਼ਮਾਨਤ ਤੇ ਬਾਹਰ ਆ ਗਏ ਨੇ। ਤੇ ਇਹਨਾਂ ਤੋਂ ਇਲਾਵਾ ਵੀ ਕਾਂਗਰਸ ਦੇ ਕਈ ਲੀਡਰ ਨੇ, ਕਈ ਮੰਤਰੀ ਨੇ ਜਿਹੜੇ ਰਡਾਰ ਤੇ ਨੇ। ਹੁਣ ਸਾਧੂ ਸਿੰਘ ਧਰਮਸੋਤ ਤੇ ਜੋ ਆਰੋਪ ਲੱਗੇ, ਉਹਨਾਂ ਤੇ ਆਰੋਪ ਸੀਗੇ ਕਿ ਉਹਨਾਂ ਨੇ ਦਰਖਤਾਂ ਦੀ ਕਟਾਈ ਦੇ ਵਿੱਚ ਕਮਿਸ਼ਨ ਲਿਆ ਤੇ ਕਰੀਬ 1.25 ਕਰੋੜ ਰੁਪਏ ਦੀ ਕਰਪਸ਼ਨ। ਤੇ ਉਹਨਾਂ ਨੂੰ ਵੀ ਜਿਹੜੀ ਕੱਲ ਰਾਜਾ ਵੜਿੰਗ ਜੀ ਜਿਹੜਾ ਕਹਿ ਰਹੇ ਸੀ ਕਿ ਸੁੱਤੇ ਪਏ ਕਾਂਗਰਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਤਾਂ ਇਹ ਉਹਨਾਂ ਦੀ ਬਾਬਤ ਵੀ ਕਹਿ ਰਹੇ ਸੀ। ਉਹਨਾਂ ਨੂੰ ਸਵੇਰੇ 3 ਵਜੇ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਜੀ। ਤੇ ਭਰਤ ਭੂਸ਼ਣ ਆਸ਼ੂ ਦਾ ਜੋ ਤੁਸੀਂ ਦੱਸਿਆ ਟਰਾਂਸਪੋਰਟੇਸ਼ਨ ਘੁਟਾਲਾ, ਟੈਂਡਰ ਘੁਟਾਲਾ ਹੈ, ਇਹਦੇ ਵਿੱਚ ਵੀ ਉਹਨਾਂ ਤੇ ਜਿਹੜੇ ਆਰੋਪ ਹੈ ਇਹਦੀ ਵੀ ਗੱਲ ਕਰਦੇ ਆ। ਸੰਗਤ ਸਿੰਘ ਗਿਲਜੀ ਜੰਗਲਾਤ ਵਿਭਾਗ ਦਾ ਫਿਰ ਘੁਟਾਲਾ ਹੈ, ਇਹਦੇ ਵਿੱਚ ਵੀ ਉਹਨਾਂ ਦਾ ਵੀ ਆਰੋਪ ਸੀ ਕਿ ਜੀ ਉਹਨਾਂ ਨੇ ਆਪਣੇ ਭਤੀਜੇ ਨਾਲ ਮਿਲ ਕੇ ਹੀ ਟ੍ਰੀ ਗਾਰਡ ਫੀਸ ਦੇ ਵਿੱਚ ਉਹਨਾਂ ਨੇ ਕਈ ਉੱਤੇ ਥੱਲੇ ਕੀਤਾ ਹੈ, ਘਪਲਾ ਕੀਤਾ ਹੈ। ਤੇ ਇਹਦੇ ਇਲਾਵਾ ਸੁਖਜਿੰਦਰ ਰੰਧਾਵਾ ਵੀ ਰਡਾਰ ਤੇ ਨੇ ਜੀ। ਸੁਖਜਿੰਦਰ ਰੰਧਾਵਾ ਦਾ ਬਹੁਤ ਹੀ ਗੰਭੀਰ ਆਰੋਪ ਹੈ ਕਿ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ VIP ਟ੍ਰੀਟਮੈਂਟ ਦਿੱਤਾ। ਤੇ ਉਹ ਗੱਲ ਜੇਲ੍ਹ ਮੰਤਰੀ ਨੇ ਵਿਧਾਨ ਸਭਾ ਦੇ ਵਿੱਚੋਂ ਕਹੀ ਹੈ ਤੇ ਸਿੱਧੇ ਆਰੋਪ ਲਗਾਏ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਇਹਦੇ ਸਬੂਤ ਵੀ ਨੇ ਤੇ ਸਾਬਿਤ ਹੁੰਦਿਆਂ ਹੀ ਤੁਹਾਡੇ ਤੇ ਕਾਰਵਾਈ ਹੋਊਗੀ। ਇਹਦੇ ਇਲਾਵਾ ਤ੍ਰਿਪਤ ਰਜਿੰਦਰ ਬਾਜਵਾ, ਉਹਨਾਂ ਨੇ ਜ਼ਮੀਨ ਵੇਚਣ ਦੇ ਵਿੱਚ ਘਪਲਾ ਕੀਤਾ, ਇਹ ਆਰੋਪ ਹੈ ਉਹਨਾਂ ਤੇ ਹੋਰ ਓਪੀ ਸੋਨੀ ਜੀ ਵੀ ਇਹਨਾਂ ਦੇ ਰਡਾਰ ਤੇ ਨੇ। ਉਹਨਾਂ ਦੇ ਵੀ 2 ਕਰਪਸ਼ਨ ਦੇ ਚਾਰਜਿਸ ਉਹਨਾਂ ਤੇ ਲਗਾ ਰਹੇ ਆ। ਉਹਨਾਂ ਤੇ ਆਰੋਪ ਦੋ ਤਰ੍ਹਾਂ ਦੀ ਕਰਪਸ਼ਨ ਦੇ ਆ। ਇੱਕ ਤਾਂ ਆਪਣੇ ਰਿਸ਼ਤੇਦਾਰ ਨੂੰ ਕੋਈ ਕ੍ਰਿਕਟ ਹਾਊਸ ਦੀ ਜ਼ਮੀਨ ਦੇਣੀ, ਦੂਜਾ ਸੈਨੀਟਾਈਜ਼ਰ ਮਹਿੰਗੇ ਰੇਟ ਤੇ ਖਰੀਦਣਾ। ਇਹਨਾਂ ਦੇ ਇਲਾਵਾ 2 ਪੂਰਵ ਜਿਹੜੇ ਸਾਬਕਾ PM ਰਹੇ ਆ, ਚਰਨਜੀਤ ਸਿੰਘ ਚੰਨੀ, ਉਹਨਾਂ ਦਾ ਤਾਂ ਇਹ ਸਾਰਿਆਂ ਦੇ ਸਾਹਮਣੇ ਹੈ ਕਿ 142 ਕਰੋੜ ਦੀ ਗ੍ਰਾਂਟ ਜਿਹੜੀ ਹੈਗੀ ਹੈ ਉਹ ਵੰਡਣ ਤੇ ਉਹਨਾਂ ਤੇ ਆਰੋਪ ਲੱਗੇ ਕਿ ਉਹਨਾਂ ਨੇ ਸਿਰਫ 3 ਹਲਕਿਆਂ ਦੇ ਵਿੱਚ ਹੀ ਉਹ ਗ੍ਰਾਂਟ ਵੰਡਦੀ। 142 ਕਰੋੜ ਰੁਪਏ ਪੂਰੇ ਪੰਜਾਬ ਦੇ ਲਈ ਜੋ ਆਏ ਸੀ, ਸਿਰਫ 3 ਹਲਕਿਆਂ ਦੇ ਵਿੱਚ ਵੰਡਦੇ ਤੇ ਉਹ 3 ਹਲਕਿਆਂ ਦੇ ਵਿੱਚ ਕਿੱਥੇ ਵਰਤੇ ਗਏ, ਕਿੱਥੇ ਨਹੀਂ ਵਰਤੇ ਗਏ, ਇਹ ਵੀ ਸਵਾਲੀਆ ਨਿਸ਼ਾਨ ਖੜੇ ਕਰਦਾ। ਤੇ ਇਹਦੇ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਜੋ 4.5 ਸਾਲ ਦੇ ਮੁੱਖ ਮੰਤਰੀ ਸੀ, ਜੋ ਕਾਂਗਰਸ ਤੋਂ ਵੱਖ ਹੋ ਚੁੱਕੇ ਆ, ਜੋ BJP ਦੇ ਭਾਈਵਾਲ ਹੋ ਚੁੱਕੇ ਆ, ਉਹਨਾਂ ਤੇ ਵੀ 150 ਕਰੋੜ ਦੀ ਮਸ਼ੀਨਰੀ ਦਾ ਘੁਟਾਲਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਚਰਚਾ ਤੇ ਰਿਹਾ। ਕਿਸਾਨਾਂ ਦੇ ਲਈ ਜੋ ਮਸ਼ੀਨਰੀ ਆਈ ਸੀ, ਜਿਹੜੀ ਪਰਾਲੀ ਨੂੰ ਸਾਂਭਣ ਦੇ ਲਈ, ਪਰਾਲੀ ਨੂੰ ਪ੍ਰੋਸੈਸ ਕਰਨ ਦੇ ਲਈ ਮਸ਼ੀਨਰੀ ਆਈ ਸੀ, ਉਹ ਮਸ਼ੀਨਰੀ ਲੋਕਾਂ ਤੱਕ ਪਹੁੰਚੀ ਨਹੀਂ। 150 ਕਰੋੜ ਦੀ ਜਿਹੜੀ ਮਸ਼ੀਨਰੀ ਆ ਉਹ ਮਿਸਿੰਗ ਹੈ ਤੇ ਉਹਦੇ ਆਰੋਪ ਨੇ। ਤੇ ਸਾਰਿਆਂ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਆਮ ਆਦਮੀ ਪਾਰਟੀ। ਤੇ ਜ਼ਰੂਰੀ ਵੀ ਹੈ ਕਿਉਂਕਿ ਜਿਹੜੇ ਤਰੀਕੇ ਨਾਲ ਕਰਪਸ਼ਨ ਹੁੰਦੀ ਆ ਰਹੀ ਹੈ ਪਿਛਲੇ ਕਈ ਸਾਲਾਂ ਦੇ ਵਿੱਚ, ਤੇ ਪੰਜਾਬ ਨੂੰ ਕਿਤੇ ਨਾ ਕਿਤੇ ਇਹਦਾ ਬਹੁਤ ਘਾਟਾ ਪਿਆ ਹੈ। ਪੰਜਾਬ ਦੇ ਲੋਕਾਂ ਨੂੰ ਬਹੁਤ ਘਾਟਾ ਪਿਆ ਤੇ ਉਹ ਘਾਟਾ ਪੂਰਾ ਤਾਂ ਹੀ ਹੋਊਗਾ ਜਦੋਂ ਰਿਕਵਰੀ ਕੀਤੀ ਜਾਊਗੀ ਇਸ ਤਰ੍ਹਾਂ ਦੇ
ਕਰਪਸ਼ਨ ਦੇ ਵਿੱਚ ਜਿਹੜੇ ਵੀ ਇਨਵੋਲਵ ਮੰਤਰੀ ਹੈ, ਜਿਹੜੇ ਵੀ ਲੀਡਰ ਹੈਗੇ ਆ, ਜਿਹੜੇ ਵੀ ਆਫੀਸ਼ੀਅਲਸ ਹੈਗੇ ਆ, ਹੁਣ ਜਿੰਨੇ ਵੀ 6-7 ਨਾਮ ਜਿੰਨੇ ਸਾਹਮਣੇ ਆ ਰਹੇ ਆ, ਇਹ ਸਿਰਫ ਮੰਤਰੀਆਂ ਦੇ ਨਾਮ ਨਹੀਂ ਆ ਰਹੇ, ਇਹਨਾਂ ਦੇ ਨਾਲ ਬਿਊਰੋਕਰੈਟਸ ਵੀ ਹੋਣਗੇ, ਆਫੀਸ਼ੀਅਲਸ ਵੀ ਹੋਣਗੇ, ਜ਼ਮੀਨੀ ਪੱਧਰ ਤੇ ਜਿਹੜੇ ਕੰਮ ਕਰ ਰਹੇ ਉਹ ਅਫਸਰ ਵੀ ਹੋਣਗੇ, ਜਿਹੜੇ ACS ਹੋਣਗੇ ਉਹਨਾਂ ਦੇ ਵੀ ਹੋ ਸਕਦਾ ਨਾਮ ਹੋ, MD ਹੋਣਗੇ ਜਿਹੜੇ ਉਹਨਾਂ ਦੇ ਵੀ ਹੋ ਸਕਦਾ ਨਾਮ ਹੋ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪੰਜਾਬ ਦਾ ਇੱਕ ਵੱਡਾ ਤਬਕਾ ਜਿਹੜਾ ਰੂਲਿੰਗ ਕਲਾਸ ਹੈਗੀ ਆ ਪੰਜਾਬ ਦੀ, ਉਹ ਕਰਪਸ਼ਨ ਦੇ ਵਿੱਚ ਸ਼ਾਮਿਲ ਪਾਈ ਜਾਊਗੀ ਜੇ ਜਾਂਚ ਹੋਊਗੀ। ਪਰ ਸ਼ਰਤ ਇਹ ਹੈ ਕਿ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਤੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਜੇ ਚੰਗੇ ਤਰੀਕੇ ਨਾਲ ਜਾਂਚ ਹੀ ਨਹੀਂ ਹੋਊਗੀ, ਜੇ ਸਿਰਫ ਇਹਨੂੰ ਜਿਵੇਂ ਰਾਜਾ ਬੜਾ ਹੀ ਕਹਿ ਰਿਹਾ ਕਿ ਪੋਲੀਟੀਕਲ ਵੈਂਡੇਟਾ ਹੈ, ਜੇ ਉਸੇ ਤਰੀਕੇ ਨਾਲ ਹੀ ਤੁਸੀਂ ਟਾਰਗੇਟ ਕਰਕੇ ਸਿਰਫ ਮੰਤਰੀਆਂ ਦੀ ਟਾਰਗੇਟ ਕਰਨਾ, ਹੋਰ ਆਫੀਸ਼ੀਅਲ ਜਿੰਨੇ ਵੀ ਇਹਦੇ ਵਿੱਚ ਸ਼ਾਮਿਲ ਨੇ ਉਹਨਾਂ ਤੇ ਨਹੀਂ ਕਰੋਗੇ ਤਾਂ ਫਿਰ ਸਾਫ਼ ਪਤਾ ਲੱਗੂਗਾ ਕਿ ਪੋਲੀਟੀਕਲ ਵੈਂਡੇਟਾ ਹੀ ਹੈ। ਜਿਵੇਂ ਆਮ ਆਦਮੀ ਪਾਰਟੀ ਜਿਵੇਂ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਨੂੰ ਜਾਂ ਉਹਨਾਂ ਦੇ ਘਰ ਰੇਡ ਪਈ ਨੂੰ ਜਦੋਂ ਇਹ ਕਹਿੰਦੇ ਆ ਕਿ ਇਹ ਪੋਲੀਟੀਕਲ ਵੈਂਡੇਟਾ ਹੈ, ਇਹ ਸਿਰਫ ਬਦਲਾਖੋਰੀ ਦੀ ਰਾਜਨੀਤੀ ਹੈ, ਸਿਰਫ ਸਾਨੂੰ ਡਰਾਉਣ ਧਮਕਾਉਣ ਦੀ ਸਾਜ਼ਿਸ਼ ਹੈ, ਉਸੇ ਤਰੀਕੇ ਨਾਲ ਕਾਂਗਰਸ ਪੰਜਾਬ ਦੇ ਵਿੱਚ ਕਹਿ ਰਹੀ ਹੈ ਜੀ। ਤਾਂ ਬਹੁਤਾ ਫਰਕ ਨਜ਼ਰ ਨਹੀਂ ਆਉਂਦਾ ਜੇ ਤੁਸੀਂ ਕੋਈ ਵੀ ਸਰਕਾਰ ਹੈ ਉਹ ਇਹ ਦਾਵਾ ਕਰੇ ਕਿ ਜੇ ਸਾਡਾ ਕੋਈ ਮੰਤਰੀ, ਮੁੱਖ ਮੰਤਰੀ ਜਾਂ ਸਾਡਾ ਕੋਈ ਲੀਡਰ ਕਿਸੇ ਵੀ ਕਰਪਸ਼ਨ ਦੇ ਵਿੱਚ ਸ਼ਾਮਿਲ ਹੁੰਦਾ ਹੈ, ਜੇ ਸਬੂਤ ਮਿਲਦੇ ਆ ਤਾਂ ਉਹਨੂੰ ਗ੍ਰਿਫਤਾਰ ਕਰੋ, ਅਸੀਂ ਤੁਹਾਡੇ ਨਾਲ ਹੈ। ਸਰਕਾਰ ਕੋਈ ਵੀ ਹੋਵੇ, ਕਾਂਗਰਸ ਪੰਜਾਬ ਦੇ ਵਿੱਚ ਕਵੇ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕਵੇ ਜੀ, ਤੇ ਉਦੋਂ ਹੀ ਲੋਕਾਂ ਨੂੰ ਇਨਸਾਫ ਮਿਲੂਗਾ ਤੇ ਲੋਕਾਂ ਦਾ ਵਿਸ਼ਵਾਸ ਵੀ ਉਦੋਂ ਹੀ ਇਸ ਲੋਕਤੰਤਰ ਤੇ ਹੋਰ ਵਧੀਆ ਹੋਊਗਾ, ਲੋਕ ਵੀ ਉਦੋਂ ਹੀ ਵਿਸ਼ਵਾਸ ਕਰ ਸਕਣਗੇ। ਬਿਲਕੁਲ। ਇੱਕ ਹੋਰ ਚੀਜ਼ ਅਮਨ ਜੀ, ਰਵਨੀਤ ਬਿੱਟੂ ਜਿਹੜੇ ਕਿ ਸਾਂਸਦ ਨੇ ਉਹ ਕਹਿੰਦੇ ਨੇ ਕਿ ਜਿਹੜਾ ਸਟੇਟ ਮਸ਼ੀਨਰੀ ਉਸ ਦਾ ਗਲਤ ਇਸਤੇਮਾਲ ਆਮ ਆਦਮੀ ਪਾਰਟੀ ਨੇ ਕੀਤਾ। ਇਹ ਆਰੋਪ ਹਮੇਸ਼ਾ ਲੱਗੇ ਹੈ, ਪਹਿਲੇ ਸੈਂਟਰ ਦੀ ਸਰਕਾਰ ਤੇ ਲੱਗਦੇ ਕਿ ਜਿਹੜੀ ਸੈਂਟਰਲ ਏਜੰਸੀਜ਼ ਹੈ ਉਸ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ, ਤੇ ਸਟੇਟ ਏਜੰਸੀ ਦੇ ਉੱਤੇ ਸਵਾਲ ਚੁੱਕੇ ਨੇ ਕਿ ਵਿਜੀਲੈਂਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਸਿਰਫ ਬਦਲਾ ਲੈਣ ਦੇ ਲਈ। ਹੁਣ ਇਹ ਜਿਹੜੀ ਏਜੰਸੀਜ਼ ਹੈ ਉਹਨਾਂ ਦਾ ਕਿੰਨਾ ਕੀ ਇਨਵੋਲਵਮੈਂਟ ਰਹਿੰਦੀ ਹੈ ਸਰਕਾਰਾਂ ਦੀ ਏਜੰਸੀਜ਼ ਨੂੰ ਲੈ ਕੇ, ਕਿੰਨੇ ਕੀ ਜ਼ਿਆਦਾ ਪ੍ਰੈਸ਼ਰਾਈਜ਼ ਇਹਨਾਂ ਨੂੰ ਕੀਤਾ ਜਾ ਸਕਦਾ, ਜਾਂ ਇਹ ਹੋ ਜਾਂਦੇ ਨੇ ਜਾਂ ਫਿਰ ਇੰਡੀਪੈਂਡੈਂਟਲੀ ਕੰਮ ਕਰਦੇ ਨੇ? ਦੇਖੋ, ਜਿਹੜੀਆਂ ਵੀ ਏਜੰਸੀਜ਼ ਹੈਗੀਆਂ ਨੇ ਉਹਨਾਂ ਦਾ ਬਣਦਾ ਤਾਂ ਇਹ ਹੈ ਕਿ ਉਹਨਾਂ ਨੇ ਇੰਡੀਪੈਂਡੈਂਟਲੀ ਕੰਮ ਕਰਨਾ ਜੀ, ਤੇ ਉਹ ਇੰਡੀਪੈਂਡੈਂਟ ਏਜੰਸੀ ਵੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਬਿਲਕੁਲ ਇਹਨਾਂ ਦਾ ਸਰਕਾਰਾਂ ਦਾ ਕੋਈ ਪ੍ਰਭਾਵ ਨਹੀਂ ਹੈ ਜਾਂ ਕਿਸੇ ਵੀ ਲੀਡਰ ਦਾ ਕੋਈ ਪ੍ਰਭਾਵ ਨਹੀਂ ਹੈ। ਪਰ ਇਸ ਚੀਜ਼ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਇਹਨਾਂ ਏਜੰਸੀ ਤੇ ਹਮੇਸ਼ਾ ਤੋਂ ਆਰੋਪ ਲੱਗਦੇ ਰਹੇ ਆ। ਆਰੋਪ ਇਹੀ ਲੱਗੇ ਹੈ ਕਿ ਜੀ ਜਿਹੜੀ ਵੀ ਸਰਕਾਰ ਹੁੰਦੀ ਹੈ ਸਰਕਾਰ ਨੂੰ ਖੁਸ਼ ਕਰਨ ਦੇ ਲਈ ਕੰਮ ਕਰਦੀ ਹੈ। ਕੋਈ ਵੀ ਏਜੰਸੀ ਹੈ ਜਿਵੇਂ ਸੈਂਟਰਲ ਏਜੰਸੀ ਹੈ ਉਹਦੇ ਤੇ ਸਵਾਲ ਉੱਠਦੇ ਆ ਰਹੇ ਆ, CBI ਤੇ ED ਤੇ ਸਵਾਲ ਉੱਠਦੇ ਆ ਰਹੇ ਆ, ਕਾਂਗਰਸ ਕੀ ਉਠਾਉਂਦੀ ਆ ਰਹੀ ਹੈ ਕਿਉਂਕਿ ਕਾਂਗਰਸ ਦੇ ਕਈ ਲੀਡਰਸ ਨੂੰ, ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰਸ ਨੂੰ ਪੁੱਛਗਿੱਛ ਲਈ ਜਦੋਂ ਬੁਲਾਇਆ ਜਾਂਦਾ ਹੈ, ਸੋਨੀਆ ਗਾਂਧੀ ਨੂੰ, ਰਾਹੁਲ ਗਾਂਧੀ ਨੂੰ ਜਦੋਂ ਬੁਲਾਇਆ ਜਾਂਦਾ ਤਾਂ ਪੂਰੇ ਦੇਸ਼ ਦੇ ਵਿੱਚ ਇਹ ਕਿਹਾ ਜਾਂਦਾ ਕਿ ਜੀ ED ਨੂੰ ਵਰਤ ਕੇ, ED ਦਾ ਇਸਤੇਮਾਲ ਕਰਕੇ ਸਾਨੂੰ ਡਰਾਇਆ ਜਾ ਰਿਹਾ। ਜਦੋਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੇ ਕਈ ਲੀਡਰਸ ਦੇ ਘਰ ED ਦੀ ਰੇਡ ਹੁੰਦੀ ਹੈ, ਜਦੋਂ ਇਲੈਕਸ਼ਨ ਦੇ ਨੇੜੇ ED ਦੀ ਰੇਡ ਹੁੰਦੀ ਆ, ਜਦੋਂ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਫੇਰ ਬਦਲ ਹੋ ਰਹੀ ਹੁੰਦੀ ਹੈ ਤੇ ਉਹਦੇ ਤੇ ਆਰੋਪ ਲੱਗਦੇ ਆ। ਹੁਣ ਤਾਜ਼ਾ ਮਾਮਲਾ ਹੈ ਕਿ ਮਨੀਸ਼ ਸਿਸੋਦੀਆ ਨੇ ਇੱਕ ਬਿਆਨ ਦਿੱਤਾ, ਉਹ ਬਿਆਨ ਪੂਰੇ ਦੇਸ਼ ਦੇ ਵਿੱਚ, ਈਵਨ ਪੂਰੀ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਜੀ BJP ਨੇ ਮੈਨੂੰ ਫੋਨ ਕਰਕੇ ਆਫਰ ਕੀਤਾ ਕਿ ਤੁਸੀਂ BJP ਦੇ ਵਿੱਚ ਆ ਜਾਓ, ਅਸੀਂ ਤੁਹਾਨੂੰ CM ਬਣਾ ਦਿਆਂਗੇ ਔਰ ਤੁਹਾਡੇ ਤੇ ED ਔਰ CBI ਦੀਆਂ ਜਿੰਨੀਆਂ ਵੀ ਇਨਕੁਆਇਰੀ ਚੱਲ ਰਹੀਆਂ ਉਹਦੇ ਤੋਂ ਕਲੀਨ ਚਿੱਟ ਦੇ ਦਿਆਂਗੇ। ਜੇ BJP ਤੋਂ ਕੋਈ ਫੋਨ ਕਰਦਾ ਹੈ ਜਾਂ ਉਹਦੇ ਤੇ ਆਰੋਪ ਲੱਗਦੇ ਆ ਤਾਂ ਉਹ ਕਿਹੜੇ ਆਧਾਰ ਤੇ ਆਰੋਪ ਲੱਗਦੇ ਆ? ਮਤਲਬ ED ਤੋਂ ਜਾਂ CBI ਤੋਂ ਇਨਕੁਆਇਰੀ ਬੰਦ ਹੋਣਾ ਜਾਂ ਇਨਕੁਆਇਰੀ ਦੇ ਵਿੱਚ ਕਲੀਨ ਚਿੱਟ ਮਿਲਣਾ ਉਹ ਕਿਹਦੇ ਹੱਕ ਦੇ ਵਿੱਚ ਹੈ? ਉਹ ਸਾਹਮਣੇ ਜਦੋਂ ਇਸ ਤਰ੍ਹਾਂ ਦੇ ਬਿਆਨ ਆਉਣਗੇ ਤਾਂ ਲੋਕਾਂ ਦਾ ਵਿਸ਼ਵਾਸ ਇਹਨਾਂ ਏਜੰਸੀ ਤੋਂ ਉੱਠੂਗਾ, ਤੇ ਲੋਕਾਂ ਦਾ ਜਦੋਂ ਇਸ ਤਰ੍ਹਾਂ ਦੀਆਂ ਇੰਡੀਪੈਂਡੈਂਟ ਏਜੰਸੀ ਤੋਂ ਵਿਸ਼ਵਾਸ ਉੱਠੂਗਾ ਤਾਂ ਲੋਕਾਂ ਦਾ ਨਾਲ ਹੀ ਲੋਕਤੰਤਰ ਤੋਂ ਵੀ ਵਿਸ਼ਵਾਸ ਉੱਠੂਗਾ ਤੇ ਲੋਕ ਇਹਨਾਂ ਸਰਕਾਰਾਂ ਨੂੰ ਔਰ ਇਹਨਾਂ ਪੋਲੀਟੀਕਲ ਪਾਰਟੀਜ਼ ਨੂੰ ਇੱਕ ਦੂਜੇ ਨਾਲ ਲੜਦੇ ਦੇਖ ਸਕਦੇ ਆ। ਲੋਕ ਤਰੱਕੀ ਕਰਦੇ ਨਹੀਂ ਇੱਕ ਦੂਜੇ ਨੂੰ ਦੇਖ ਸਕਦੇ, ਲੋਕ ਆਪਦੇ ਦੇਸ਼ ਦੀ, ਆਪਦੇ ਸਮਾਜ ਦੀ ਤਰੱਕੀ ਨਹੀਂ ਇਹਦੇ ਵਿੱਚ ਦੇਖ ਸਕਦੇ।
ਬਿਲਕੁਲ ਤਰੱਕੀ ਦੀ ਗੱਲ ਹੈ, ਲੇਕਿਨ ਦੂਜੀ ਗੱਲ ਇੱਕ ਹੋਰ ਵੀ ਹੈ ਕਿ ਇਹ ਸਿਰਫ ਭਰਤ ਭੂਸ਼ਣ ਆਸ਼ੂ ਨਹੀਂ ਹੈ, ਹੋਰ ਵੀ ਕਈ ਮੰਤਰੀ ਰਡਾਰ ਤੇ ਨੇ ਅਮਨ ਜੀ, ਚਾਹੇ ਸੰਗਤ ਸਿੰਘ ਗਲਜ਼ੀਆਂ ਹੋਣ, ਉੱਤੇ ਆਰੋਪ ਲੱਗੇ ਨੇ, ਜਾਂਚ ਚੱਲ ਰਹੀ ਹੈ ਮਾਮਲੇ ਦੀ, ਤੇ ਇਸ ਤੋਂ ਇਲਾਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਉੱਤੇ ਵੀ ਗ੍ਰਿਫਤਾਰੀ ਦੀ ਤਲਵਾਰ ਕਦੇ ਵੀ ਲਟਕ ਸਕਦੀ ਹੈ। ਆਪ ਖੁਦ ਜਿਹੜੇ ਮਿਨਿਸਟਰਸ ਹੈ ਇਹਨਾਂ ਦੇ, ਕੁਲਦੀਪ ਧਾਲੀਵਾਲ, ਉਹ ਕਹਿ ਚੁੱਕੇ ਨੇ ਕਿ ਇਸ ਵਿੱਚ ਜਾਂਚ ਚੱਲ ਰਹੀ ਹੈ, ਕਈਆਂ ਦੇ ਨਾਂ ਜਿਹੜੇ ਸਾਹਮਣੇ ਆ ਰਹੇ ਨੇ, ਲੇਕਿਨ ਇਸ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਵੱਲੋਂ ਰੁਕ ਕੀਤਾ ਜਾਂਦਾ ਹੈ ਹਾਈ ਕੋਰਟ ਦਾ ਜਾਂ ਫਿਰ ਆਪਣੇ ਜਿਹੜੇ ਵੀ ਲੋਕਲ ਕੋਰਟਸ ਹੈ ਉਹਨਾਂ ਦਾ ਰੁਕ ਕੀਤਾ ਜਾਂਦਾ ਹੈ। ਕਿਤੇ ਨਾ ਕਿਤੇ ਡਰ ਇਹਨਾਂ ਨੂੰ ਵੀ ਸਤਾ ਰਿਹਾ ਹੈ, ਲੇਕਿਨ ਕਾਂਗਰਸ ਕਹਿੰਦੀ ਹੈ ਕਿ ਅਸੀਂ ਇੰਨੇ ਕੀ ਜ਼ਿਆਦਾ ਦਿਲੇਰ ਹਾਂ, ਅਸੀਂ ਇੰਨੇ ਕੀ ਜ਼ਿਆਦਾ ਇਮਾਨਦਾਰ ਹੈ, ਜੇ ਕਿ ਸਾਨੂੰ ਫੜਨਾ ਹੈ ਤੇ ਫੜ ਲਓ, ਝੂਠੇ ਕੇਸ ਸਾਡੇ ਉੱਤੇ ਨਾ ਪਾਓ। ਹੁਣ ਇਹ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਤੁਸੀਂ ਗੱਲ ਹੋਰ ਵੀ ਕਹੀ ਸੀ ਕਿ ਜਿਹੜਾ ਪੈਸਾ ਹੈ ਪੰਜਾਬ ਦਾ, ਉਹ ਕਿਤੇ ਨਾ ਕਿਤੇ ਉਹ ਤਾਂ ਗਲਤ ਦੁਰਵਰਤੋਂ ਉਸਦੀ ਕੀਤੀ ਗਈ ਹੈ। ਜਿਹੜਾ ਪੈਸਾ ਪੰਜਾਬ ਦੇ ਲੋਕਾਂ ਦੇ ਵੈਲਫੇਅਰ ਦੇ ਇਸਤੇਮਾਲ ਕੀਤਾ ਜਾਣਾ ਸੀ, ਉਹ ਕਪੜੇ ਤਾਂ ਸਾਹਮਣੇ ਆ ਰਹੇ ਹੈ, ਲੇਕਿਨ ਕੀ ਹਾਲਾਤ ਬਦਲ ਜਾਂਦੇ ਨੇ ਜਦ ਨਵੀਂ ਸਰਕਾਰ ਆਉਂਦੀ ਹੈ, ਜਾਂ ਉਸ ਸਿਸਟਮ ਦੇ ਵਿੱਚ ਆਉਣ ਵੇਲੇ ਵੀ ਸਮਾਂ ਲੱਗਦਾ ਹੈ? ਪੂਜਾ ਜੀ ਦੇਖੋ, ਕੁਛ ਨਾ ਕੁਛ ਤਾਂ ਬਦਲਿਆ ਹੈ, ਉਹ ਸਾਨੂੰ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੇਲੇ ਵੀ ਆਰੋਪ ਲੱਗਦੇ ਰਹੇ ਆ। ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ 2017 ਦੇ ਵਿੱਚ ਸੱਤਾ ਦੇ ਵਿੱਚ ਆਈ ਤਾਂ ਉਹਨਾਂ ਨੇ ਵੀ ਦਾਅਵਾ ਕੀਤਾ ਸੀ, ਉਹਨਾਂ ਨੇ ਸੁਖਬੀਰ ਬਾਦਲ ਦਾ ਨਾਮ ਲਿਆ, ਉਹਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲਿਆ, ਅਕਾਲੀ ਦਲ ਦੇ ਹੋਰ ਵੱਡੇ ਲੀਡਰਾਂ ਦਾ ਨਾਮ ਲਿਆ। ਉਹਨਾਂ ਨੇ ਕਿਹਾ, ਦਾਅਵਾ ਕੀਤਾ ਕਿ ਅਸੀਂ ਪਾਵਰ ਦੇ ਵਿੱਚ ਆਉਂਦੇ ਹੀ, ਸੱਤਾ ਦੇ ਵਿੱਚ ਆਉਂਦੇ ਹੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਾਂ ਇਹਨਾਂ ਤੇ ਕਾਰਵਾਈ ਕਰਾਂਗੇ, ਤੇ ਉਹ ਕਾਰਵਾਈ ਕਿਤੇ ਦੇਖਣ ਨੂੰ ਮਿਲੀ ਨਹੀਂ। ਔਰ ਜਦੋਂ ਰਾਜਾ ਵੜਿੰਗ ਆਪ ਟਰਾਂਸਪੋਰਟ ਮਿਨਿਸਟਰ ਬਣੇ ਤਾਂ ਉਹਨਾਂ ਨੇ ਵੱਡੀ ਕਾਰਵਾਈ ਕੀਤੀ ਵੀ, ਉਹਨਾਂ ਨੇ ਕਾਰਵਾਈ ਦਾ ਦਾਅਵਾ ਕਰਦੇ ਉਹਨਾਂ ਨੇ ਕਈ ਬੱਸਾਂ ਰੁਕੀਆਂ, ਕਿਉਂਕਿ ਟਰਾਂਸਪੋਰਟ ਮਾਫੀਆ ਦਾ ਉਹ ਪਹਿਲੇ ਦਿਨ ਤੋਂ ਏਜੰਡਾ ਲੈ ਕੇ ਚੱਲ ਰਹੀ ਸੀ, ਤਾਂ ਉਹਨਾਂ ਨੇ ਦਾਅਵਾ ਕੀਤਾ ਕਿ ਇਹ ਬੱਸਾਂ ਨੂੰ ਮੈਂ ਰੋਕ ਕੇ ਦਿਖਾਊਂਗਾ। ਉਹਨਾਂ ਨੇ ਰੋਕੀਆਂ, ਬੱਸਾਂ ਰੁਕੀਆਂ, ਉਹਨਾਂ ਦੇ ਟੈਕਸ ਫਿਰ ਭਰੇ ਗਏ ਤੇ ਉਹ ਬੱਸਾਂ ਦੁਬਾਰਾ ਬਹਾਲ ਕੀਤੀਆਂ ਗਈਆਂ। ਕਈ ਬੱਸਾਂ ਕੀਤੀਆਂ ਗਈਆਂ, ਕਈ ਟਰਾਂਸਪੋਰਟ ਕੰਪਨੀਆਂ ਨੇ ਟੈਕਸ ਭਰਤੇ, ਤੇ ਉਹਦੇ ਵਿੱਚ ਵੀ ਕੋਈ ਵੱਡਾ ਮਾਮਲਾ ਇਹੀ ਰਿਹਾ ਕਿ ਹਾਂ ਜਿਹੜਾ ਪੈਸਾ ਆਉਣਾ ਸੀ ਸਰਕਾਰ ਦੇ ਕੋਲ ਉਹ ਆ ਗਿਆ, ਪਰ ਜੇ ਉਹ ਟਰਾਂਸਪੋਰਟੇਸ਼ਨ ਦੇ ਵਿੱਚ ਵੀ ਜੇ ਟਰਾਂਸਪੋਰਟ ਮਾਫੀਆ ਨੂੰ ਵੀ ਕੋਈ ਹੈਲਪ ਕਰ ਰਿਹਾ ਸੀ ਤਾਂ ਕੋਈ ਹੋਰ ਸਬੂਤ ਨਹੀਂ ਮਿਲ ਪਾਏ, ਕਿਸੇ ਲੀਡਰ ਦੀ ਗ੍ਰਿਫਤਾਰੀ ਨਹੀਂ ਹੋ ਪਾਈ। ਤੇ ਇਸੇ ਤਰੀਕੇ ਨਾਲ ਜਦੋਂ ਹੋਰ ਘਪਲਿਆਂ ਦੇ ਵਿੱਚ, ਹੋਰ ਸਕੈਮ ਦੇ ਵਿੱਚ ਨਾਮ ਉਛਾਲੇ ਗਏ ਪਰ ਉਹਨਾਂ ਤੇ ਕਾਰਵਾਈ ਨਹੀਂ ਹੋਈ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਹੁਣ ਇਹ ਪਹਿਲੀ ਵਾਰ ਹੋ ਰਿਹਾ ਕਿ ਸਰਕਾਰ ਆਉਣ ਦੇ 5 ਮਹੀਨਿਆਂ ਦੇ ਵਿੱਚ ਹੀ ਕਈ ਲੀਡਰਾਂ ਦੇ ਨਾਮ ਸਾਹਮਣੇ ਆਏ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ। ਹੋ ਸਕਦਾ ਕਿ ਸਬੂਤ ਨਾ ਹੋਣ ਦੇ ਚੱਲਦੇ ਜਾਂ ਗਵਾਹ ਨਾ ਹੋਣ ਦੇ ਚੱਲਦੇ ਇਹਨਾਂ ਨੂੰ ਰਿਹਾ ਵੀ ਕੀਤਾ ਜਾ ਪਾਵੇ। ਬਿਲਕੁਲ, ਜਿਹੜਾ ਅੰਤਿਮ ਨਿਰਣੇ ਉਹ ਤਾਂ ਕੋਰਟਸ ਨੇ ਹੀ ਲੈਣਾ, ਅਸੀਂ ਉਸ ਤੋਂ ਪਹਿਲਾਂ ਕਿਸੇ ਨੂੰ ਜਿਹੜਾ ਦੋਸ਼ੀ ਕਰਾਰ ਨਹੀਂ ਦੇ ਸਕਦੇ। ਤੇ ਅਮਨ ਜੀ ਸਾਡੇ ਨਾਲ ਜਿਹੜੇ ਸਹਿਯੋਗੀ ਵੀ ਜੁੜ ਗਏ ਨੇ ਸਾਡੇ ਲੁਧਿਆਣਾ ਤੋਂ, ਵਿਪਨ, ਫਿਲਹਾਲ ਕੀ ਸਥਿਤੀ ਹੈ ਵਿਜੀਲੈਂਸ ਦਫ਼ਤਰ ਦੇ ਬਾਹਰ? ਕੀ ਕਾਂਗਰਸੀ ਆਗੂ ਕਦ ਤੱਕ ਉੱਥੇ ਪਹੁੰਚਣਗੇ? ਕੀ ਕੁਝ ਅਗਲੇ ਦੀ ਰਣਨੀਤੀ, ਕਿਉਂਕਿ ਕੱਲ ਰਾਜਾ ਵੜਿੰਗ ਨੇ ਕਿਹਾ ਕਿ ਉਹ ਰਣਨੀਤੀ ਤਿਆਰ ਕਰ ਰਹੇ ਨੇ, ਕੀ ਕੁਝ ਰਣਨੀਤੀ ਉਹਨਾਂ ਵੱਲੋਂ ਅੱਜ ਤਿਆਰ ਕੀਤੀ ਜਾਏਗੀ? ਫਿਲਹਾਲ ਕੀ ਕੁਝ ਜਾਣਕਾਰੀ ਹੈ? ਕਾਂਗਰਸ ਦੇ ਜਿਹੜੇ ਉਹਦਾ MP ਰਮਨੀਤ ਬਿੱਟੂ ਜੀ ਤੇ ਉੱਥੇ ਹੋਰ ਵੀ ਜਿਹੜੇ ਇਹਨਾਂ ਦੇ ਮੈਂਬਰ ਸਾਰੇ ਅਸੀਂ ਪ੍ਰੋਟੈਸਟ ਕੀਤਾ ਸੀਗਾ, ਪਰ ਉਸ ਤੋਂ ਬਾਅਦ ਰਮਨੀਤ ਬਿੱਟੂ ਜੀ ਨੇ ਕਿਹਾ ਸੀਗਾ ਵੀ ਇੱਥੇ ਜਿਹੜਾ ਪ੍ਰੋਟੈਸਟ ਕਰਨਾ ਜਿਹੜਾ ਹੈਗਾ ਸਾਡੇ ਲਈ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਅਗਰ ਅਸੀਂ ਰੁਕਾਵਟਾਂ ਨਾ ਪਾਈਏ ਇਹਨਾਂ ਦੇ ਵਿੱਚ। ਇਹਨਾਂ ਨੇ ਥੋੜੀ ਦੇਰ ਕਰਨ ਤੋਂ ਬਾਅਦ ਦੇਰ ਰਾਤ ਨੂੰ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਜਾਣ ਨੂੰ ਕਹਿ ਦਿੱਤਾ ਸੀਗਾ ਕਿ ਉਹਦੇ ਵਿੱਚ ਅਗਰ ਰੁਕਾਵਟ ਪਾਵਾਂਗੇ ਇਹਦੇ ਵਿੱਚ ਕਿਤੇ ਨਾ ਕਿਤੇ ਗੁਨਾਹਗਾਰ ਸਾਬਤ ਵੀ ਹੋ ਸਕਦਾ। ਅਗਰ ਉਸਨੂੰ ਕਹਾਂਗੇ ਕਿ ਅਗਰ ਕੱਲ ਦਾ ਜਿਹੜਾ ਅੱਜ ਪੇਸ਼ ਕਰਨ ਨੂੰ ਕੋਰਟ ਦੇ ਵਿੱਚ ਜਿਹੜੇ ਵਿਜੀਲੈਂਸ ਨੇ ਫੜਿਆ ਸੀਗਾ ਕੱਲ ਆਸ਼ੂ ਜੀ ਜਿਹੜੇ ਕਿ ਕਿਤੇ ਸਲੂਨ ਦੇ ਉੱਤੇ ਜਾ ਰਹੇ ਸੀਗੇ, ਸ਼ੇਪ ਕਰਨ ਵਾਸਤੇ ਜਾ ਰਹੇ ਸੀਗੇ, ਤੇ ਇਹਨਾਂ ਨੂੰ ਉੱਥੇ ਮੌਕੇ ਦੇ ਉੱਤੇ ਜਿਹੜੇ ਵਿਜੀਲੈਂਸ ਵਿਭਾਗ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ, ਤੇ ਉਸ ਤੋਂ ਬਾਅਦ ਰਮਨੀਤ ਬਿੱਟੂ ਜੀ ਨੇ ਉਸੇ ਵੇਲੇ ਵਾਪਸ ਗਏ ਤੇ ਉੱਥੇ ਹੋਰ ਵੀ ਜਿਹੜੇ ਮਿਨਿਸਟਰ ਆਏ ਸੀਗੇ ਸਾਰਿਆਂ ਨੇ ਉਹਨਾਂ ਦਾ ਘਰਾਵ ਕੀਤਾ ਤੇ ਉਹਨਾਂ ਦੇ ਜਿਸ ਵੇਲੇ ਫੇਸਬੁੱਕ ਤੇ ਲਾਈਵ ਹੋਣਾ ਸ਼ੁਰੂ ਹੋ ਗਏ ਤੇ ਪ੍ਰਸ਼ਾਸਨ ਨੇ ਦੇਖਿਆ, ਵਿਜੀਲੈਂਸ ਨੇ ਦੇਖਿਆ ਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਹੈਗਾ ਅਗਰ ਕੱਲੇ ਅਸੀਂ ਚਾਹੁੰਦੇ ਸੀਗੇ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ, ਪਰ ਇਹਦੇ ਵਿੱਚ ਰਮਨੀਤ ਬਿੱਟੂ ਜੀ ਜਿਹੜੇ ਰੋਕਿਆ ਤੇ ਉਹਨਾਂ ਨੇ ਪੁੱਛਿਆ ਸਿਵਲ ਵਰਦੀ ਵਿੱਚ ਤੁਸੀਂ ਕੀ ਕਰਨ ਆਏ ਹੋ, ਤੇ ਉਹਨਾਂ ਨੇ ਥੋੜਾ ਜਿਹਾ ਇਸ ਚੀਜ਼ ਨੂੰ ਉਤਰਾਵ ਕਰਦੇ ਕਿ ਨਹੀਂ ਅਸੀਂ ਵੈਸੇ ਹੀ ਆਏ ਹਾਂ। ਥੋੜਾ ਜਿਹਾ ਉਹਨਾਂ ਦੇ ਪਤਾ ਲੱਗਿਆ ਸੀ ਅਹੁਦੇਦਾਰ ਸੀਗੇ, ਅਫਸਰ ਸੀਗੇ ਮੌਕੇ ਤੇ, ਇੱਥੇ ਤੱਕ ਪਤਾ ਲੱਗਿਆ SSP ਤੇ ਡਿਪਟੀ ਸਾਹਿਬ ਸੀਗੇ, ਤੇ ਉਹਦੇ ਵਿੱਚ ਜਿਸ ਵੇਲੇ ਉਹਨਾਂ ਨੂੰ ਲੈ ਕੇ ਗਏ ਉੱਥੋਂ ਪਹਿਲਾਂ ਤਾਂ ਖਾਨਾ ਪੂਰਤੀ ਇੱਧਰ ਉੱਧਰ ਟਾਲ ਮਟੋਲ ਕਹਿੰਦੇ ਕਰਦੇ ਰਹੇ ਬਿੱਟੂ ਸਾਹਿਬ, ਜਿਸ ਤਰ੍ਹਾਂ ਰਮਨੀਤ ਬਿੱਟੂ ਜੀ ਨੇ ਮੀਡੀਆ ਨੂੰ ਦੱਸਿਆ,
ਉਸ ਤੋਂ ਬਾਅਦ ਜਿਸਲੇ ਇਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਉਹ ਚਾਹੁੰਦੇ ਸੀਗੇ ਵੀ ਕੱਲਿਆਂ ਨੂੰ ਇਹਨਾਂ ਨੂੰ ਚੁੱਕਿਆ ਜਾਵੇ। ਉਹਦੇ ਵਿੱਚ ਜਿਹੜੀ ਹੈ ਪਬਲਿਕਸਿਟੀ ਜਿਹੜੀ ਹੈ ਇਹ ਆਪਣੇ ਮੀਡੀਆ ਦੇ ਥਰੂ ਫੋਟੋਆਂ ਖਿੱਚਣ ਦੇ ਵੀ ਅਸੀਂ ਧੱਕੇ ਨਾਲ ਇੱਥੋਂ ਚੁੱਕ ਕੇ ਲੈ ਕੇ ਗਏ ਆ। ਪਰ ਨਵਨੀਤ ਬਿੱਟੂ ਜੀ ਪਹੁੰਚਣ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਅਗਰ ਅਸੀਂ ਚੰਡੀਗੜ੍ਹ ਗਏ ਆ ਸਾਨੂੰ ਉੱਥੇ ਕਿਉਂ ਨਹੀਂ ਤੁਸੀਂ ਅਰੈਸਟ ਕੀਤਾ, ਕਿਤੇ ਨਾ ਕਿਤੇ ਤੁਸੀਂ ਗੁੰਮਰਾਹ ਕਰ ਰਹੇ ਹੋ ਤੇ ਅਗਰ ਦੋਸ਼ੀ ਹੈਗੇ ਆ ਤੇ ਅਸੀਂ ਆਪ ਤੁਹਾਡੇ ਕੋਲ ਚੱਲ ਕੇ ਚੰਡੀਗੜ੍ਹ ਵੀ ਗਏ ਆ ਔਰ ਵਿਜੀਲੈਂਸ ਦਫ਼ਤਰ ਵੀ ਅਸੀਂ ਤੁਹਾਡੇ ਕੋਲ ਪਹੁੰਚ ਚੁੱਕੇ ਆ। ਪਰ ਉਸ ਦੌਰਾਨ ਤੁਸੀਂ ਇਕੱਲੇ ਆ ਕੇ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਉਸ ਤੋਂ ਦੌਰਾਨ ਆਸ਼ੂ ਜੀ ਅਗਰ ਇਕੱਲੇ ਤੁਹਾਨੂੰ ਮਿਲਦੇ ਆ ਤੇ ਤੁਸੀਂ ਉਹਨਾਂ ਨੂੰ ਇਕੱਲਿਆਂ ਨੂੰ ਲਿਜਾਣਾ ਚਾਹੁੰਦੇ ਹੋ, ਕੀ ਕਾਰਨ ਆ? ਅਸੀਂ ਕਿਸੇ ਕੰਮ 'ਚ ਰੁਕਾਵਟ ਨਹੀਂ ਪਾਵਾਂਗੇ, ਪ੍ਰਸ਼ਾਸਨ ਦੇ ਕਿਸੇ ਕੰਮ 'ਚ ਅਸੀਂ ਰੁਕਾਵਟ ਨਹੀਂ ਪਾਵਾਂਗੇ। ਅਗਰ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ, ਅਗਰ ਤੁਸੀਂ ਚਾਹੁੰਦੇ ਹੋ ਤੁਸੀਂ ਲਿਜਾਣੋ। ਔਰ ਖੁਦ ਆਸ਼ੂ ਜੀ ਖੁਦ ਚੱਲ ਕੇ ਜਾਣ ਨੂੰ ਤਿਆਰ ਸੀਗਾ ਪਰ ਜ਼ਿਲ੍ਹੇ ਵਿਜੀਲੈਂਸ ਵੱਲੋਂ ਉੱਥੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਕੱਲ ਰਾਤੀ ਲਿਜਾਇਆ ਗਿਆ ਤੇ ਜਿਹੜਾ ਵਿਜੀਲੈਂਸ ਦਫ਼ਤਰ ਦੇ ਅੱਗੇ ਰਾਤੀ ਕੱਲ ਪ੍ਰੋਟੈਸਟ ਕੀਤਾ ਗਿਆ। ਉਸ ਤੋਂ ਦੌਰਾਨ ਆਗੂਆਂ ਨੇ ਇਹ ਕਿਹਾ ਕਿ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਪ੍ਰੋਟੈਸਟ ਕਰਨਾ ਸਾਡੇ ਲਈ ਜਿਹੜਾ ਕਿ ਕਿਤੇ ਨਾ ਕਿਤੇ ਰੁਕਾਵਟ ਬਣਦਾ ਹੈਗਾ, ਸਾਨੂੰ ਰੁਕਾਵਟ ਨਹੀਂ ਪਾਣੀ ਚਾਹੀਦੀ, ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਅਗਰ ਕਿਤੇ ਨਾ ਕਿਤੇ ਗਲਤੀ ਹੋਈ ਤੇ ਉਹ ਜਿਹੜਾ ਪ੍ਰਸ਼ਾਸਨ ਦੇਖਣਾ, ਹਾਈ ਕੋਰਟ ਨੇ ਦੇਖਣਾ ਹੈਗਾ। ਇਸ ਮਾਮਲੇ ਵਿੱਚ ਉਹਨਾਂ ਨੇ ਰਾਤੀ ਸਾਰਾ ਜਿਹੜਾ ਹੈਗਾ ਉੱਥੋਂ ਵਾਪਸ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀਗੇ ਤੇ ਅੱਜ ਜਿਹੜਾ ਮੇਨ ਆ ਅੱਜ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਨ ਦਾ ਅੱਜ ਕਿਹਾ ਹੈਗਾ। ਕਿੰਨੇ ਕੀ ਵਜੇ ਦੱਸ ਰਹੇ ਵਿਪਿਨ, ਕਿੰਨੇ ਕੀ ਵਜੇ ਜਿਹੜਾ ਇਹ ਪੇਸ਼ ਕੀਤਾ ਜਾਏਗਾ? ਕੀ ਕੁਝ ਜਾਣਕਾਰੀ ਮਿਲ ਰਹੀ ਹੈ ਜਾਂ ਫਿਰ ਉਸ ਵੇਲੇ ਵੀ ਉਹਨਾਂ ਦੇ ਨਾਲ ਕਾਂਗਰਸੀ ਲੀਡਰਸ਼ਿਪ ਮੌਜੂਦ ਰਹੇਗੀ? ਜਿਹੜੇ ਕਾਂਗਰਸ ਤਕਰੀਬਨ ਦੇਖਿਆ ਗਿਆ ਹੈ ਕਿ ਪੰਜਾਬ ਭਰ ਤੋਂ ਜਿਹੜੇ ਇਕੱਠੇ ਹੋ ਰਹੇ ਨੇ ਲੁਧਿਆਣਾ ਵਿੱਚ, ਜਿਹੜੇ ਕਾਂਗਰਸੀ ਵਰਕਰ ਨੇ ਇਹਨਾਂ ਦਾ ਸਾਥ ਦੇ ਰਹੇ ਨੇ ਬਕਾਇਦਾ ਪੂਰਾ। ਅਗਰ ਉੱਥੇ ਗੱਲ ਕਰੀਏ ਤੇ ਮੇਰੇ ਜਿੱਥੇ ਤੱਕ ਸਾਡਾ ਅੰਦਾਜ਼ਾ ਹੈ ਕਿ ਕੋਰਟ ਵਿੱਚ ਤਕਰੀਬਨ ਪਹੁੰਚਣੇ ਸ਼ੁਰੂ ਹੋ ਜਾਣਗੇ ਥੋੜੀ ਦੇਰ ਤੱਕ। ਅਗਰ ਪੂਰਾ ਇਹ ਮਾਮਲਾ ਨਹੀਂ ਦੱਸਿਆ ਕਦ ਪੇਸ਼ ਕਰਾਂਗੇ, ਕਿਤੇ ਨਾ ਕਿਤੇ ਰਸਤੇ 'ਚ ਰੋਕਣ ਦੀ ਕੋਸ਼ਿਸ਼ ਵੀ ਕਰ ਸਕਦੇ ਆ ਕਾਂਗਰਸ ਜਿਹੜੇ ਹੈਗੇ ਆ ਵਰਕਰ। ਇਸ ਚੀਜ਼ ਨੂੰ ਲੈ ਕੇ ਹਜੇ ਕੋਈ ਕਲੀਅਰ ਨਹੀਂ ਕੀਤਾ ਹੈਗਾ ਕਿੰਨੇ ਵਜੇ ਤੱਕ ਪੇਸ਼ ਕਰ ਸਕਦੇ ਆ। ਪਰ ਇਹ ਮਾਮਲਾ ਜਿਹੜਾ ਹੈਗਾ ਹਜੇ ਕਾਂਗਰਸ ਵਿੱਚ ਥੋੜਾ ਜਿਹਾ ਰੋਸ਼ ਵੀ ਹੈਗਾ ਕਿ ਅਗਰ ਲਿਜਾ ਰਹੇ ਨੇ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਅਗਰ ਗੁਨਾਹ ਸਾਬਤ ਹੁੰਦਾ ਹੋਵੇ ਤਾਂ ਉਹ ਜੋ ਵੀ ਮਾਨਯੋਗ ਕੋਰਟ ਸਾਰਾ ਦੱਸੇਗੀ ਕਿ ਅਗਰ ਇਹ ਗੁਨਾਹ ਕੀਤਾ ਹੈਗਾ। ਪਰ ਇਹਦੇ ਵਿੱਚ ਜਿਹੜੇ ਧਾਰਾ ਰਾਤੀ ਜਿਹੜੇ ਵਿਜੀਲੈਂਸ ਨਾਲ ਗੱਲ ਕੀਤੀ ਸੀ ਤੇ ਇਹਨਾਂ ਨੇ IPS ਦੀ ਧਾਰਾ ਜਿਹੜੀ ਹੈ 420, 409, 467, 471 ਔਰ 120B ਜਿਹੜੀ ਲਗਾ ਦਿੱਤੀ ਸੀਗੀ। ਜਿਹੜੇ ਪਿਛਲੇ ਦਿਨੀ ਵਿੱਚ 16/8/2022 ਨੂੰ ਮਾਮਲਾ ਦਰਜ ਹੋਇਆ ਸੀਗਾ ਤੇ ਉਹਦੇ ਵਿੱਚ ਜਿਹੜਾ PA ਮੀਨੂ ਮਲਹੋਤਰਾ ਜੀ ਇਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿੱਤਾ ਗਿਆ ਸੀਗਾ। ਇਹ ਜਿਹੜਾ ਸਾਰਾ ਟੈਂਡਰ ਤੇਲੂ ਰਾਮ ਨੇ ਜਿਹੜੇ ਟੈਂਡਰ ਭਰੇ ਸੀਗੇ ਉਹਦੇ ਉੱਤੇ ਸਾਰੇ ਮੁੱਦੇ ਹੈਗੇ ਨੇ ਤੇ ਉਹਦੇ ਚ ਵਿਜੀਲੈਂਸ ਵਿਭਾਗ ਨੇ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕਰਨ ਦਾ ਕਿਹਾ ਹੈਗਾ ਕਿ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਜੋ ਵੀ ਅਗਲੀ ਕਾਰਵਾਈ ਹੋਗੀ ਉਹ ਕੋਰਟ ਦੇ ਰਾਹੀਂ ਸਾਨੂੰ ਦੇਣਾ ਹੈ। 2000 ਕਰੋੜ ਰੁਪਏ ਦਾ ਘਪਲਾ ਦੱਸਿਆ ਜਾ ਰਿਹਾ ਹੈ ਵਿਪਿਨ, ਕਿੰਨਾ ਕੀ ਵੱਡਾ ਜਿਹੜਾ ਇਸ ਵਿੱਚ ਹੋਰ ਵੀ ਕਾਫੀ ਲੋਕ ਸ਼ਾਮਿਲ ਹੋ ਸਕਦੇ, ਕਿੰਨਾ ਵੱਡਾ ਘਪਲਾ ਦੇਖੇ ਪੰਜਾਬ ਦੇ ਇਤਿਹਾਸ ਦੇ ਵਿੱਚ? ਬਹੁਤ ਵੱਡਾ ਘਪਲਾ ਜਿਹੜਾ ਹੈਗਾ, ਇਹ ਘਪਲਾ ਦੱਸਿਆ ਜਾ ਰਿਹਾ ਹੈ ਕਿ ਬਹੁਤ ਵੱਡਾ ਘਪਲਾ ਹੈਗਾ ਇਹਦੇ ਵਿੱਚ ਜਿਹੜੇ ਕਿ ਤੇਲੂ ਰਾਮ ਜੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਜਿਹੜੇ ਟੈਂਡਰ ਭਰੇ ਸੀਗੇ ਉਹਦੇ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜਿਹੜੇ ਸ਼ਹਿਰਾਂ ਦੇ ਵਿੱਚ ਭਰੇ ਗਏ ਸੀਗੇ ਤੇ ਇਹਦੇ ਵਿੱਚ ਫਿਰੋਜ਼ਪੁਰ, ਤਲਵੰਡੀ ਔਰ ਫਿਰੋਜ਼ਪੁਰ, ਰੋਪੜ ਤੇ ਇਹਦੇ ਵਿੱਚ ਕਾਫੀ ਜਿਹੜੇ ਹੈਗੇ ਆ ਕਲੰਸਟਰ ਆਏ ਨੇ ਜਿਹਦੇ ਵਿੱਚ ਕਿ ਠੇਕੇਦਾਰ ਜਿਹੜਾ ਤੇਲੂ ਰਾਮ ਤੇ ਜਗਰੂਪ ਸਿੰਘ ਔਰ ਸੰਦੀਪ ਭਾਟੀਆ ਤੇ ਇਹਦੇ ਵਿੱਚ ਗੁਰਦਾਸ ਰਾਮ, ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਹੈਗੇ ਨੇ ਬੰਦੇ ਇਨਵੋਲਵ ਨੇ ਤੇ ਇਹਦੇ ਵਿੱਚ ਇਹ ਜਿਹੜਾ ਪਹਿਲਾ ਤੇਲੂ ਸੀਗਾ ਉਹ ਸੀਗਾ ਜਿਹੜੇ ਟੈਂਡਰ ਇਹਨਾਂ ਨੇ ਭਰੇ ਸੀਗੇ ਤੇ ਜਿਹਦੇ ਵਿੱਚ ਇਹਨਾਂ ਕੋਲ ਕੁਝ ਖੁਲਾਸੇ ਵੀ ਹੋਏ ਆ। ਖੁਲਾਸੇ ਤੋਂ ਬਾਅਦ ਹੀ ਜਿਹੜਾ FIR ਦਰਜ ਹੋਈ ਆ ਆਸ਼ੂ ਜੀ ਦੇ ਉੱਤੇ, ਉਸੇ ਦੌਰਾਨ ਉਹਨਾਂ ਦੇ ਬਿਆਨਾਂ ਦੇ ਉੱਤੇ ਹੀ ਹੋਈ ਆ। ਜੀ ਬਿਲਕੁਲ। ਤੇ ਇਹ ਸਾਰਾ ਮਸਲਾ ਜਿਹੜਾ ਫਿਲਹਾਲ ਚੱਲ ਰਿਹਾ ਹੈ, ਰਾਜਨੀਤੀ ਵੀ ਪੱਕੀ ਹੋਈ ਹੈ ਤੇ ਪੇਸ਼ ਕੀਤਾ ਜਾਣਾ ਹੈ ਭਰਤ ਭੂਸ਼ਣ ਆਸ਼ੂ ਨੂੰ ਕੋਰਟ ਦੇ ਵਿੱਚ। ਜਿਹੜੀ ਵੀ ਜਾਣਕਾਰੀ ਹੋਏਗੀ ਵਿਪਿਨ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੇ ਭਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ, ਹੋਰ ਮੰਤਰੀ ਵੀ ਰਡਾਰ ਤੇ ਨੇ। ਤੇ ਤੁਸੀਂ ਕੀ ਸੋਚਦੇ ਹੋ ਇਸ ਮਸਲੇ ਨੂੰ ਲੈ ਕੇ, ਜਿਹੜੀ ਕਾਰਵਾਈਆਂ ਹੋ ਰਹੀਆਂ ਨੇ ਸਾਬਕਾ ਮੰਤਰੀਆਂ ਦੇ ਖਿਲਾਫ, ਸਾਬਕਾ ਸਰਕਾਰ ਵੇਲੇ ਜਿਹੜੇ ਘਪਲੇ ਹੋਏ ਨੇ ਉਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਤੁਸੀਂ ਜ਼ਰੂਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਇਹ ਦੇ ਸਕਦੇ ਹੋ ਤੇ ਇਸ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਹੋ। ਤਦ ਤੱਕ ਅੱਜ ਦਾ ਜਿਹੜਾ ਅਹਿਮ ਮੁੱਦਾ ਇਹੀ ਸੀਗਾ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।